हाँ जी स्टूडेंट्स, आप ऑर्गेनाइजेशन की नेचर और फीचर पढ़ रहे हैं, ठीक है, और कैरेक्टरिस्टिक्स भी कह सकते हैं मैनू। तो यदा 8th पॉइंट देखो, डायनेमिक मीनस जी चीज़ चेंज हो सकती है विद द चेंज इन द इन्वायरमेंट। ऑर्गेनाइजेशन ऑल्सो अंडरगोज अ चेंज एंड one change affect the various functions of the organization like determining the activities, defining authority and responsibility etc। ਕਿ ਜਿਹੜੀ ਚੇਂਜ ਆ ਉਹਦੇ ਨਾਲ ਕੀ ਹੁੰਦਾ, ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਵੀ ਚੇਂਜ ਹੋ ਜਾਂਦੀ ਆ। ਤੇ ਜੇ ਇੱਕ ਵੀ ਚੇਂਜ ਹੋ ਜਾਵੇ ਤਾਂ ਉਹਦੇ ਨਾਲ ਕੀ ਹੋਊਗਾ, ਸਾਡੇ ਆਰਗੇਨਾਈਜੇਸ਼ਨ ਦੇ ਵਿੱਚ ਕਾਫੀ ਸਾਰੇ ਫੰਕਸ਼ਨਸ ਹੁੰਦੇ ਆ ਜਾਂ ਕੰਮ ਹੁੰਦੇ ਆ। ਲਾਈਕ ਅਸੀਂ ਐਕਟੀਵਿਟੀਜ਼ ਨੂੰ ਡਿਟਰਮਿਨ ਕਰਨਾ ਵੀ ਕੰਮ ਕਰਨੇ ਕਿਹੜੇ ਨੇ, ਠੀਕ ਆ, ਡਿਫਾਈਨ ਕਰਨਾ ਅਥਾਰਟੀ, ਰਿਸਪੌਂਸਿਬਿਲਿਟੀ, ਰਿਲੇਸ਼ਨਸ਼ਿਪ, ਤਾਂ ਉਹ ਸਾਰੀਆਂ ਚੀਜ਼ਾਂ ਇੱਕ ਚੇਂਜ ਹੋਣ ਦੇ ਨਾਲ ਹੀ ਚੇਂਜ ਹੋਣਗੀਆਂ। ਸੋ ਦਸ ਇਟ ਇਜ਼ ਨਾਟ ਸੋ that once decided organizing will be practiced as such। ਸੋ ਇੱਦਾਂ ਨਹੀਂ ਹੈ ਵੀ ਜੇ ਅਸੀਂ ਇੱਕ ਵਾਰੀ ਆਰਗੇਨਾਈਜੇਸ਼ਨ ਦਾ ਸਟੈਪ ਡਿਸਾਈਡ ਕਰ ਲਿਆ, ਉਹਨੂੰ ਐਜ਼ ਸੱਚ ਉਵੇਂ ਅਸੀਂ ਪ੍ਰੈਕਟਿਸ ਦੇ ਵਿੱਚ ਲੈ ਆਵਾਂਗੇ। ਬਟ ਇਟ ਚੇਂਜਸ ਵਿਦ ਦ ਚੇਂਜ ਇਨ ਟਰਬੂਲੈਂਟ ਐਨਵਾਇਰਨਮੈਂਟ। ਬਟ ਹੁੰਦਾ ਕੀ ਐਕਚੁਅਲ ਦੇ ਵਿੱਚ, ਜਿਵੇਂ ਜਿਵੇਂ ਟਰਬੂਲੈਂਟ ਮੀਨਸ ਚੇਂਜ ਹੋ ਰਿਹਾ ਐਨਵਾਇਰਨਮੈਂਟ, ਠੀਕ ਆ, ਜਿਵੇਂ ਇਨਵਾਇਰਨਮੈਂਟ ਚੇਂਜ ਹੋ ਰਿਹਾ ਵਾ ਉਹਦੇ ਅਕੋਰਡਿੰਗ ਹੀ ਸਾਨੂੰ ਕੀ ਕਰਨਾ ਪੈਂਦਾ ਵਾ, ਆਰਗੇਨਾਈਜੇਸ਼ਨ ਨੂੰ ਚੇਂਜ ਕਰਨਾ ਪੈਂਦਾ, ਠੀਕ ਆ। ਹੁਣ ਦੇਖੋ ਇਹਦੇ ਵਿੱਚ 9th ਪੁਆਇੰਟ ਦੇਖੋ, ਕਮਿਊਨੀਕੇਸ਼ਨ। ਇਫੈਕਟਿਵ ਕਮਿਊਨੀਕੇਸ਼ਨ ਇਜ਼ ਦ ਐਸੈਂਸ ਆਫ ਆਰਗੇਨਾਈਜੇਸ਼ਨ। ਮਤਲਬ ਇੱਕ ਪ੍ਰਭਾਵਸ਼ਾਲੀ ਕਮਿਊਨੀਕੇਸ਼ਨ ਹੈ ਜਿਹੜੀ ਉਹ ਬਹੁਤ ਜ਼ਰੂਰੀ ਆ ਆਰਗੇਨਾਈਜ਼ਿੰਗ ਲਈ। ਦ ਕਮਿਊਨੀਕੇਸ਼ਨ ਸਿਸਟਮ ਇਨਫੋਰਮ ਵੇਰੀਅਸ ਪਰਸਨਸ ਅਬਾਊਟ ਦ ਨੈਸੈਸਰੀ ਟਾਸਕ ਦੇ ਆਰ ਰਿਕੁਆਇਰਡ ਟੂ ਪਰਫੋਰਮ। ਕਮਿਊਨੀਕੇਸ਼ਨ ਹੁੰਦਾ ਮਤਲਬ ਗੱਲਬਾਤ, ਠੀਕ ਆ। ਹੁਣ ਕਮਿਊਨੀਕੇਸ਼ਨ ਦੀ ਹੈਲਪ ਦੇ ਨਾਲ ਅਸੀਂ ਇਨਫੋਰਮ ਕਰ ਸਕਦੇ ਹਾਂ, ਦੂਜੇ ਲੋਕਾਂ ਨੂੰ ਜਾਣਕਾਰੀ ਦੇ ਸਕਦੇ ਹਾਂ, ਦੂਜੇ ਪਰਸਨਸ ਨੂੰ, ਕਾਹਦੇ ਰਿਗਾਰਡਿੰਗ ਕਿ ਤੁਸੀਂ ਕਿਹੜਾ ਟਾਸਕ ਪਰਫੋਰਮ ਕਰਨਾ, ਤੁਸੀਂ ਕਿਹੜਾ ਕੰਮ ਪਰਫੋਰਮ ਕਰਨਾ। ਐਂਡ ਆਲਸੋ ਦ ਪਰਫੋਰਮੈਂਸ ਰਿਪੋਰਟਿੰਗ ਕੀਪ ਐਵਰੀਵਨ ਅਬਰੈਸਟ ਵਿਦ ਦ ਪ੍ਰੈਜੈਂਟ ਪੋਜੀਸ਼ਨ ਆਫ ਦ ਇੰਪਲੋਈਜ਼। ਸੋ ਕਮਿਊਨੀਕੇਸ਼ਨ ਦੀ ਹੈਲਪ ਦੇ ਨਾਲ ਹੀ ਜਿਹੜੀ ਉਹਨਾਂ ਦੀ ਪਰਫੋਰਮੈਂਸ ਦੀ ਰਿਪੋਰਟ ਬਣਦੀ ਆ ਉਹ ਟੌਪ ਲੈਵਲ ਮੈਨੇਜਮੈਂਟ ਨੂੰ ਦਿੱਤੀ ਜਾਂਦੀ ਆ, ਜਿਹਦੇ ਨਾਲ ਹਰ ਕੋਈ ਅਬਰੈਸਟ ਮੀਨਸ ਅਪ ਟੂ ਡੇਟ ਰਹਿੰਦਾ, ਠੀਕ ਆ। ਮਤਲਬ ਸਾਡੀ ਪ੍ਰੈਜੈਂਟ ਪੋਜੀਸ਼ਨ ਕੀ ਆ ਇੰਪਲੋਈਜ਼ ਦੀ, ਹਰ ਇੱਕ ਪਰਸਨ ਨੂੰ ਉਹਦੇ ਬਾਰੇ ਪਤਾ ਹੁੰਦਾ। ਇਹ ਸਾਰਾ ਕਿਹੜੀ ਚੀਜ਼ ਨਾਲ ਪੋਸੀਬਲ ਆ, ਵਿਦ ਦ ਹੈਲਪ ਆਫ ਕਮਿਊਨੀਕੇਸ਼ਨ। 10th ਪੁਆਇੰਟ ਦੇਖੋ, ਰਿਲੇਸ਼ਨ ਵਿਦ ਆਬਜੈਕਟਿਵ। ਆਰਗੇਨਾਈਜੇਸ਼ਨ ਇਜ਼ ਕਲੀਅਰਲੀ ਡਿਪੈਂਡੈਂਟ ਅਪੋਨ ਦ ਆਬਜੈਕਟਿਵ। ਜੋ ਵੀ ਅਸੀਂ ਆਰਗੇਨਾਈਜੇਸ਼ਨ ਦੇ ਵਿੱਚ ਕਰਦੇ ਹਾਂ, ਸੈਕਿੰਡ ਜਿਹੜਾ ਫੰਕਸ਼ਨ ਆ ਮੈਨੇਜਮੈਂਟ ਦਾ, ਉਹਦਾ ਮੇਨ ਕਾਹਦੇ ਉੱਪਰ ਚੀਜ਼ ਡਿਪੈਂਡ ਕਰਦੀ ਆ, ਉਹ ਜੁੜੀ ਹੁੰਦੀ ਆ ਆਬਜੈਕਟਿਵ ਨਾਲ। all the efforts of the organization are directed towards achievement of group goals। ਸੋ ਜਿੰਨੇ ਵੀ ਅਸੀਂ ਐਫਰਟਸ ਕਰੀਏ ਉਹ ਅਸੀਂ ਕਿਹੜੀ ਚੀਜ਼ ਨੂੰ ਧਿਆਨ 'ਚ ਰੱਖ ਕੇ ਕਰੀਏ ਕਿ ਅਸੀਂ ਗਰੁੱਪ ਗੋਲਸ ਨੂੰ ਕਿਵੇਂ ਅਚੀਵ ਕਰਨਾ ਹੈ। ਐਵਰੀ ਐਕਟੀਵਿਟੀ ਆਫ ਆਰਗੇਨਾਈਜ਼ਿੰਗ ਲਾਈਕ ਸਬ ਡਿਵੀਜ਼ਨ ਆਫ ਟਾਸਕ, defining authority, fixing responsibility etc are pursued just for the effective achievement of common goals। ਸੋ ਜਿਹੜੇ ਵੀ ਅਸੀਂ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਹਾਂ ਜਾਂ ਆਰਗੇਨਾਈਜੇਸ਼ਨ ਦੇ ਵਿੱਚ ਸਬ ਡਿਵੀਜ਼ਨ ਕਰਦੇ ਹਾਂ ਕੰਮ ਦੀ, ਜਾਂ ਅਸੀਂ ਅਥਾਰਟੀ ਦਿੰਦੇ ਹਾਂ ਕਿਸੇ ਪਰਸਨ ਨੂੰ, ਕਿਸੇ ਦੀ ਰਿਸਪੌਂਸਿਬਿਲਿਟੀ ਫਿਕਸ ਕਰਦੇ ਹਾਂ। ਇਜ਼ ਪਰਸੂਏਡ ਮਤਲਬ ਹੁੰਦਾ ਕਰਨਾ। ਉਹ ਕਾਹਦੇ ਲਈ ਕੀਤਾ ਜਾਂਦਾ, ਤਾਂ ਕਿ ਅਸੀਂ ਇਫੈਕਟਿਵਲੀ ਅਚੀਵ ਕਰ ਸਕੀਏ ਕਾਮਨ ਗੋਲਸ ਨੂੰ, ਠੀਕ ਆ। ਸੋ ਇਹ ਇਹਦੀ ਰਿਲੇਸ਼ਨ ਹੋ ਗਈ ਆਰਗੇਨਾਈਜੇਸ਼ਨ ਦੀ ਕਾਹਦੇ ਨਾਲ, ਆਬਜੈਕਟਿਵਸ ਦੇ ਨਾਲ। 11th ਪੁਆਇੰਟ ਦੇਖੋ, ਇਟ ਇਜ਼ ਅ ਕੰਟੀਨਿਊਸ ਪ੍ਰੋਸੈਸ। ਕੰਟੀਨਿਊਸ ਪ੍ਰੋਸੈਸ ਦਾ ਮਤਲਬ ਕੀ ਆ, ਵੀ ਜਿਹੜਾ ਹਮੇਸ਼ਾ ਲਗਾਤਾਰ ਚੱਲਦਾ ਰਹਿੰਦਾ। ਆਰਗੇਨਾਈਜੇਸ਼ਨ ਇਜ਼ ਅ ਪ੍ਰੋਸੈਸ ਟੂ ਬੀ ਪ੍ਰੈਕਟਿਸਡ continuously। all the managers are continuously involved in the organization and reorganization of the functions, ਠੀਕ ਆ। ਹੁਣ ਹਰ ਇੱਕ ਪਰਸਨ ਜੋ ਵੀ ਇੱਕ ਸੰਸਥਾ ਦੇ ਵਿੱਚ ਕੰਮ ਕਰ ਰਿਹਾ ਵਾ, ਕਿਸੇ ਫਰਮ 'ਚ ਕੰਮ ਕਰ ਰਿਹਾ, ਤਾਂ ਉਹਦੇ ਮੈਨੇਜਰਸ ਕੀ ਕਰਦੇ ਨੇ, ਹਮੇਸ਼ਾ ਕੰਟੀਨਿਊਸਲੀ ਇਹ ਚੀਜ਼ ਨਾਲ ਜੁੜੇ ਰਹਿੰਦੇ ਆ ਕਿ ਅਸੀਂ ਕਿਵੇਂ ਕੰਮ ਨੂੰ ਔਰਗੇਨਾਈਜ਼ ਕਰਨਾ ਐਂਡ ਕਿਵੇਂ ਉਹਨੂੰ ਰੀਆਰਗੇਨਾਈਜ਼ ਕਰਨਾ ਫੰਕਸ਼ਨਸ ਨੂੰ, ਠੀਕ ਆ। ਦ ਪ੍ਰੋਸੈਸ ਇਨਵੋਲਵਸ ਡਿਫਾਈਨਿੰਗ ਐਂਡ ਗਰੁੱਪਿੰਗ ਦ ਐਕਟੀਵਿਟੀਜ਼ ਐਂਡ ਐਸਟੈਬਲਿਸ਼ਿੰਗ ਅਥਾਰਟੀ ਐਂਡ ਰਿਸਪੌਂਸਿਬਿਲਿਟੀ, ਰਿਲੇਸ਼ਨਸ਼ਿਪ। ਹੁਣ ਜਿਹੜੇ ਕੰਟੀਨਿਊਸ ਪ੍ਰੋਸੈਸ ਆ, ਇਹਦੇ ਵਿੱਚ ਜਿਹੜੀਆਂ ਆਪਾਂ ਕਹਿ ਦਈਏ ਨਾ ਨਾਲ ਦੀ ਨਾਲ ਉਹ ਕੰਮ ਕਰਦੇ ਰਹਿੰਦੇ ਆ, ਉਹਦੇ ਵਿੱਚ ਹੈ ਕੀ ਐਕਚੁਅਲ ਦੇ ਵਿੱਚ ਡਿਫਾਈਨ ਕਰਨਾ, ਠੀਕ ਆ, ਦੱਸਣਾ ਕਿ ਕਿਹੜੇ ਕਿਹੜੇ ਕੰਮ ਨੇ। ਫਿਰ ਐਕਚੁਅਲ ਦੇ ਵਿੱਚ ਜਿਹੜੇ ਈਜ਼ੀ ਕੰਮ ਨੇ, ਜਾਂ ਆਪਾਂ ਕਹਿ ਦਈਏ ਕੁਛ ਰਿਲੇਟਡ ਕੰਮ ਨੇ, ਉਹਨਾਂ ਨੂੰ ਗਰੁੱਪ ਕਰ ਦੇਣਾ, ਜਾਂ ਫਿਰ ਕਹਿ ਦਈਏ ਆਪਾਂ ਜਿਹੜੀ ਅਥਾਰਟੀ ਅਤੇ ਰਿਸਪੌਂਸਿਬਿਲਿਟੀ ਆ ਉਹਨੂੰ ਆਪਾਂ ਫਿਕਸ ਕਰਨਾ। ਕਿਸੇ ਇੱਕ ਪਰਸਨ ਨੂੰ ਅਥਾਰਟੀ ਦੀ ਲੋੜ ਆ, ਉਹਨੂੰ ਅਥਾਰਟੀ ਡੈਲੀਗੇਟ ਕਰ ਦੇਣੀ ਆ, ਕਿਸੇ ਨੂੰ ਰਿਸਪੌਂਸਿਬਿਲਿਟੀ ਆ ਉਹਦੀ ਆਪਾਂ ਫਿਕਸ ਕਰਨੀ ਆ, ਠੀਕ ਆ। ਸੋ ਸਾਰੇ ਇੱਕ ਕੰਟੀਨਿਊਸ ਪ੍ਰੋਸੈਸ ਦੇ ਵਿੱਚ ਆਉਂਦੇ ਆ। ਇਹਦਾ ਲਾਸਟ ਪੁਆਇੰਟ ਦੇਖੋ, ਉਹ ਹੈ ਆਰਗੇਨਾਈਜੇਸ਼ਨ ਇਜ਼ ਅ ਸਟਰਕਚਰ ਆਫ ਰਿਲੇਸ਼ਨਸ਼ਿਪਸ। ਐਕਚੁਅਲ ਦੇ ਵਿੱਚ ਆਰਗੇਨਾਈਜੇਸ਼ਨ ਕੀ ਆ, ਇੱਕ ਸਟਰਕਚਰ ਆ ਬਹੁਤ ਸਾਰੀਆਂ ਰਿਲੇਸ਼ਨਸ਼ਿਪਸ ਦੀ। everyone working in the enterprise is related with one another in one or the other form। ਜੋ ਵੀ ਕਿਸੇ ਇੱਕ ਆਰਗੇਨਾਈਜੇਸ਼ਨ 'ਚ ਪਰਸਨ ਕੰਮ ਕਰ ਰਿਹਾ ਵਾ, ਉਹ ਇੱਕ ਦੂਜੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੋਇਆ। everyone is completely aware of his position in the organization structure, who are
ਹਿਜ਼ ਸਬੋਰਡੀਨੇਟਸ ਐਂਡ ਸੁਪੀਰੀਅਰ। ਹਰ ਇੱਕ ਪਰਸਨ ਨੂੰ ਪਤਾ ਵਾ ਕਿ ਮੇਰੀ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਜਾਂ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਪੋਜੀਸ਼ਨ ਕੀ ਆ ਤੇ ਮੇਰੇ ਸਬੋਰਡੀਨੇਟ ਕੌਣ ਨੇ, ਮੇਰੇ ਸੁਪੀਰੀਅਰ ਕੌਣ ਨੇ। ਸੋ ਦਿਸ ਇਜ਼ ਕਾਲਡ ਫਾਰਮਲ ਆਰਗੇਨਾਈਜੇਸ਼ਨਲ ਸਟਰਕਚਰ। ਇਹਨੂੰ ਅਸੀਂ ਫਾਰਮਲ ਆਰਗੇਨਾਈਜੇਸ਼ਨਲ ਸਟਰਕਚਰ ਬੋਲਦੇ ਹਾਂ। ਬਟ ਬਿਸਾਈਡਸ ਦਿਸ, ਬਟ ਇਸ ਤੋਂ ਇਲਾਵਾ ਵੀ ਦੇਅਰ ਮੇ ਪ੍ਰਵੇਲ ਇਨਫਾਰਮਲ ਗਰੁੱਪਸ। ਹੋ ਸਕਦਾ ਉੱਥੇ ਪ੍ਰਵੇਲ ਹੁੰਦਾ ਮੌਜੂਦ ਹੋਣਾ, ਪ੍ਰੈਜ਼ੈਂਟ ਹੋਣਾ। ਹੋ ਸਕਦਾ ਉੱਥੇ ਕੁਝ ਇਨਫਾਰਮਲ ਗਰੁੱਪ ਵੀ ਬਣੇ ਹੋਣ ਬੇਸਡ ਔਨ ਐਟੀਟਿਊਡਸ, ਲਾਈਕਿੰਗਸ, ਡਿਸਲਾਈਕਿੰਗਸ, ਬਿਹੇਵੀਅਰ ਐਟਸੈਟਰਾ। ਇਹਦੇ ਵਿੱਚ ਕੀ ਆ, ਕੁਝ ਲੋਕਾਂ ਦਾ ਸੇਮ ਐਟੀਟਿਊਡ ਹੁੰਦਾ, ਕੁਝ ਦੀ ਲਾਈਕਿੰਗ ਸੇਮ ਹੁੰਦੀ ਆ, ਕੁਝ ਲੋਕਾਂ ਦੀ ਡਿਸਲਾਈਕਿੰਗ ਸੇਮ ਹੁੰਦੀ, ਕਈਆਂ ਦਾ ਬਿਹੇਵੀਅਰ। ਸੋ ਉਹਦੇ ਅਕੋਰਡਿੰਗ ਵੀ ਉਹਨਾਂ ਦੇ ਆਪਸ 'ਚ ਗਰੁੱਪ ਬਣੇ ਹੋ ਸਕਦੇ ਆ। ਸੋ ਇਹਨੂੰ ਅਸੀਂ ਬੋਲ ਦਿੰਦੇ ਹਾਂ ਇਨਫਾਰਮਲ, ਠੀਕ ਆ। ਸੋ ਬੋਥ ਇਨਫਾਰਮਲ ਐਂਡ ਫਾਰਮਲ ਗਰੁੱਪਸ ਆਰ ਨੈਸੈਸਰੀ ਫॉर द ਸਕਸੈਸਫੁਲ ਰਨਿੰਗ ਆਫ ਬਿਜ਼ਨਸ ਐਂਟਰਪ੍ਰਾਈਜ਼। ਸੋ ਦੋਨੇ ਹੀ ਸਾਡੇ ਲਈ ਬਹੁਤ ਇੰਪੋਰਟੈਂਟ ਆ, ਚਾਹੇ ਉਹ ਇਨਫਾਰਮਲ ਹੋਵੇ ਜਾਂ ਫਾਰਮਲ ਗਰੁੱਪ ਹੋਵੇ। ਕਿਸੇ ਵੀ ਬਿਜ਼ਨਸ ਨੂੰ ਸਕਸੈਸਫੁਲੀ ਰਨ ਕਰਨਾ, ਜੇ ਚੱਲਦਾ ਰੱਖਣਾ ਵਾ, ਤਾਂ ਇਹ ਦੋਨੇ ਹੀ ਬਹੁਤ ਇੰਪੋਰਟੈਂਟ ਆ। ਸੋ ਇਹਦੇ ਨਾਲ ਬੇਟਾ ਆਪਣਾ ਜਿਹੜਾ ਫੀਚਰਸ ਵਾਲਾ ਜਾਂ ਕੈਰੈਕਟਰਿਸਟਿਕਸ ਆਫ ਆਰਗੇਨਾਈਜੇਸ਼ਨ ਵਾਲਾ ਜਿਹੜਾ ਟੌਪਿਕ ਆ ਉਹ ਖਤਮ ਹੁੰਦਾ, ਠੀਕ ਆ। ਨੈਕਸਟ ਦੇ ਵਿੱਚ ਆਪਾਂ ਇਹਦਾ ਅਗਲਾ ਟੌਪਿਕ ਸਟਾਰਟ ਕਰਾਂਗੇ। ਥੈਂਕ ਯੂ।